ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਇਲੈਕਸ਼ਨ ਕਮਿਸ਼ਨ ਨੇ ਇੱਕ ਨਵੀਂ ਡਿਜੀਟਲ ਐਪ ਲਾਂਚ ਕੀਤੀ ਹੈ ਕਿ ਤੁਸੀਂ ਉਸ ਐਪ ਦੇ ਉੱਤੇ ਜਾ ਕੇ ਕਿਸੇ ਵੀ ਸਿਆਸੀ ਪਾਰਟੀ ਦੇ ਖਿਲਾਫ ਕੋਈ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਤਾਂ ਸਭ ਤੋਂ ਪਹਿਲੀ ਸ਼ਿਕਾਇਤ ਅਕਾਲੀ ਪਾਰਟੀ ਨੇ ਦਰਜ ਕਰਵਾਈ ਹੈ ਆਮ ਆਦਮੀ ਪਾਰਟੀ ਦੇ ਖਿਲਾਫ। ਸ਼ਿਕਾਇਤ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਪਟਿਆਲਾ ਦੇ ਵਿੱਚ ਪੋਸਟਰ ਵੰਡੇ ਨੇ ਜਿਨ੍ਹਾਂ ਉੱਤੇ ਲਿਖਿਆ ਹੋਇਆ ਹੈ ਕਿ ਵੋਟ ਪਾਉਣ ਲਈ ਤੁਸੀਂ ਪੈਸੇ ਭਾਵੇਂ ਕਿਸੇ ਵੀ ਪਾਰਟੀ ਕੋਲੋਂ ਲੈ ਲਵੋ ਪਰ ਵੋਟ ਆਮ ਆਦਮੀ ਪਾਰਟੀ ਨੂੰ ਪਾਓ। ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪੰਜਾਬ ਚਰਚਾ ਦੇ ਵਿੱਚ। ਮੈਂ ਸੰਜੀਵ ਯਸ਼ ਖੰਨਾ ਲੈ ਕੇ ਹਾਜ਼ਰ ਪ੍ਰੋਗਰਾਮ ਪੰਜਾਬ ਚਰਚਾ। ਅੱਜ ਸਕਾਈਪ ਦੇ ਜ਼ਰੀਏ ਸਾਡੇ ਨਾਲ ਬਣੇ ਹੋਏ ਨੇ ਪੋਲੀਟੀਕਲ ਐਨਾਲਿਸਟ ਸੋਸ਼ਲ ਐਕਟਿਵਿਸਟ ਸ਼੍ਰੀ ਪਵਨਦੀਪ ਸ਼ਰਮਾ ਜੀ। ਪਵਨ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ। ਧੰਨਵਾਦ। ਦੇਖੋ ਜੋ ਸਿਆਸੀ ਮਾਹੌਲ ਹੈ ਉਹ ਤਾਂ ਅਸੀਂ ਜਾਣਦੇ ਹਾਂ ਕਿ ਬਲੇਮ ਗੇਮ ਚੱਲਦੀ ਰਹਿੰਦੀ ਆ ਤੇ ਹੁਣ ਵੀ ਚੱਲ ਰਹੀ ਹੈ, ਚੱਲਦੀ ਰਹਿਣੀ ਹੈ। ਹਾਲਾਂਕਿ 15 ਤਰੀਕ ਤੱਕ 15 ਜਨਵਰੀ ਤੱਕ ਕੈਂਪੇਨ ਕਰਫਿਊ ਹੈ ਕਿ ਤੁਸੀਂ ਕਿਸੇ ਤਰ੍ਹਾਂ ਦੀ ਕੈਂਪੇਨ ਨਹੀਂ ਕਰ ਸਕਦੇ। ਤੁਹਾਡੇ ਕੋਲ ਸਿਰਫ ਡਿਜੀਟਲ ਪਲੇਟਫਾਰਮ ਅਵੇਲੇਬਲ ਹੈ। ਸੋ ਸਾਰੀਆਂ ਸਿਆਸੀ ਪਾਰਟੀਆਂ ਲੱਗੀਆਂ ਹੋਈਆਂ ਨੇ, ਰਾਤ ਦਿਨ ਇੱਕ ਕੀਤਾ ਹੋਇਆ, ਲਿਸਟਾਂ ਵੀ ਜਾਰੀ ਹੋਣੀਆਂ ਨੇ, ਮੈਨੀਫੈਸਟੋ ਵੀ ਬਣਨੇ ਨੇ। ਹੁਣ ਆਈ ਹੈ ਪਾਰਟੀ ਜਿਹੜੀ ਕਿਸਾਨ ਪਾਰਟੀ ਹੈ ਜੋ ਸੰਯੁਕਤ ਸਮਾਜ ਮੋਰਚੇ ਦੇ ਰੂਪ ਦੇ ਵਿੱਚ ਸਾਹਮਣੇ ਆਈ ਹੈ ਸਾਡੇ, ਤੇ ਹੁਣ ਸੰਯੁਕਤ ਸੰਘਰਸ਼ ਮੋਰਚਾ ਵੀ ਨਾਲ ਆ ਗਿਆ ਚੜੂਨੀ ਸਾਹਿਬ ਦਾ, ਤੇ ਨਾਲ ਬੱਬੂ ਮਾਨ ਵੀ ਆ ਗਏ ਨੇ ਆਪਣਾ ਜੂਝਦਾ ਪੰਜਾਬ ਲੈ ਕੇ। ਇਹ ਤਿੰਨੋਂ ਜਣੇ ਮਿਲ ਕੇ ਹੁਣ ਸਕਰੀਨਿੰਗ ਕਰ ਰਹੇ ਨੇ। ਅਗਲੇ ਇੱਕ ਹਫ਼ਤੇ ਦੇ ਅੰਦਰ ਇਹਨਾਂ ਨੇ 117 ਆਪਣੇ ਮੈਂਬਰਸ ਦੀ ਲਿਸਟ ਜਾਰੀ ਕਰਨੀ ਹੈ ਜਿਹੜੇ ਚੋਣ ਦੇ ਮੈਦਾਨ ਵਿੱਚ ਉਤਰਨਗੇ। ਸਥਿਤੀ ਕੀ ਹੈ ਇਹਨਾਂ ਦੀ? ਜੀ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੁਣ ਸਿਨੈਰੀਓ ਕ੍ਰੀਏਟ ਹੋ ਗਿਆ, ਉਹਦੇ ਵਿੱਚ ਪੰਜਾਬ ਦੇ ਵਿੱਚ 16ਵੀਂ ਵਿਧਾਨ ਸਭਾ ਜਿਹੜੀ ਬਣਨੀ ਹੈਗੀ ਆ ਉਹਦੀਆਂ ਚੋਣਾਂ ਜਿਹੜੀਆਂ ਉਹ ਸਰਗਰਮੀ ਫੜ ਰਹੀਆਂ ਨੇ। ਮੌਜੂਦਾ ਕਾਰਜਕਾਲ ਜਿਹੜਾ ਸਰਕਾਰ ਦਾ ਹੈਗਾ ਉਹ 17 ਮਾਰਚ 2022 ਤੱਕ ਹੈਗਾ, ਔਰ ਅਸੀਂ ਦੇਖਿਆ ਕਿ ਕੁੱਲ ਸੀਟਾਂ ਜਿਹੜੀਆਂ 117 ਹੈਗੀਆਂ ਨੇ, ਔਰ ਬਹੁਮਤ ਦਾ ਅੰਕੜਾ ਜਿਹੜਾ ਹੈਗਾ ਉਹ 59 ਸੀਟਾਂ ਦਾ ਹੈਗਾ, ਜਿਹਦੇ ਵਿੱਚੋਂ ਮਾਲਵਾ, ਮਾਝਾ ਔਰ ਦੁਆਬਾ ਖੇਤਰ ਤਿੰਨ ਖੇਤਰ ਹੈਗੇ ਨੇ, ਜਿਹਦੇ ਵਿੱਚ ਮਾਲਵੇ ਦੇ ਵਿੱਚ 69 ਸੀਟਾਂ ਹੈਗੀਆਂ, ਮਾਝੇ ਦੇ ਵਿੱਚ 25 ਹੈਗੀਆਂ ਔਰ ਦੁਆਬੇ ਦੇ ਵਿੱਚ 23 ਸੀਟਾਂ ਹੈਗੀਆਂ। ਇਸ ਦੇ ਵਿੱਚ ਵੱਖ-ਵੱਖ ਪਾਰਟੀਆਂ ਨੇ, ਚਾਹੇ ਉਹ ਕਿਸਾਨੀ ਅੰਦੋਲਨ ਦੌਰਾਨ ਉਪਜੀਆਂ ਪਾਰਟੀਆਂ ਹੋਣ, ਕਿਸਾਨ ਜਥੇਬੰਦੀਆਂ ਨਾਲ ਇੱਕ ਬਣਾਈ ਹੋਈ ਜਿਵੇਂ ਬਲਬੀਰ ਸਿੰਘ ਰਾਜੇਵਾਲ ਦੀ ਪਾਰਟੀ, ਉਹਨਾਂ ਨੇ ਵੀ ਐਲਾਨ ਕੀਤਾ, ਔਰ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਔਰ ਬਹੁਤ ਸਾਰੀਆਂ ਸੰਗਠਿਤ ਪਾਰਟੀਆਂ, ਕੈਪਟਨ ਅਮਰਿੰਦਰ ਸਿੰਘ ਦੀ ਵੀ ਨਵੀਂ ਪਾਰਟੀ ਜਿਹੜੀ 24 24 ਸਾਲ ਦੇ ਬਾਅਦ ਉਹਨਾਂ ਨੇ ਇੱਕ ਆਪਣੀ ਵੱਖਰੀ ਪਾਰਟੀ ਦਾ ਨਿਰਮਾਣ ਕੀਤਾ। ਉਹ ਸਾਰੀਆਂ ਪਾਰਟੀਆਂ, ਬਹੁਤ ਸਾਰੇ ਸੈਲੀਬ੍ਰਿਟੀਜ਼ ਦੀਆਂ ਪਾਰਟੀਆਂ, ਬਹੁਤ ਸਾਰੇ ਹੋਰ ਵੀ ਉਪਜੇ ਹੋਏ ਲੋਕ ਜਿਹੜੇ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਸਨ ਔਰ ਬੜੀ ਪ੍ਰਮੁਖਤਾ ਦੇ ਨਾਲ ਉੱਭਰ ਕੇ ਸਾਡੇ ਲੋਕਾਂ ਦੇ ਸਾਹਮਣੇ ਆਏ। ਸੋ ਇਹ ਸਾਰੇ ਸੰਗਠਿਤ ਹੋ ਕੇ ਇਹ ਪੰਜਾਬ ਦੇ ਵਿੱਚ ਜਿਹੜਾ ਚੋਣਾਂ ਦਾ ਮਾਹੌਲ ਬਣ ਗਿਆ, ਇਹਦੇ ਵਿੱਚ ਵੱਖ-ਵੱਖ ਪਾਰਟੀਆਂ ਆਪੋ ਆਪਣੇ ਤਰੀਕੇ ਦੇ ਨਾਲ ਲੋਕਾਂ ਦੇ ਸਮਕਸ਼ ਆਪਣੀ ਗੱਲ ਰੱਖ ਰਹੀਆਂ ਨੇ। ਜਿਵੇਂ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਸਟਾਰਟ ਆਫ ਦੇ ਵਿੱਚ ਗੱਲ ਕੀਤੀ, ਉਹਨਾਂ ਨੇ ਪੋਸਟਰ ਛਪਵਾਏ, ਲੋਕਾਂ ਨੂੰ ਕਾਲਸ ਆਉਣੀਆਂ ਸ਼ੁਰੂ ਹੋਈਆਂ ਕਿ ਉਹ ਪਾਰਟੀਆਂ ਕੋਲੋਂ, ਬਹੁਤ ਵੱਖ-ਵੱਖ ਪਾਰਟੀਆਂ ਕੋਲੋਂ, ਜਿਹੜੀ ਕਿ ਅਮੀਰ ਪਾਰਟੀਆਂ ਨੇ, ਰਵਾਇਤੀ ਪਾਰਟੀਆਂ ਨੇ, ਉਹਨਾਂ ਕੋਲੋਂ ਪੈਸੇ ਲੈ ਲੈਣ, ਜੋ ਲੋਭ ਲਾਲਚ ਉਹ ਦਿੰਦੇ ਨੇ ਉਹ ਸਾਰਾ ਉਹਨਾਂ ਕੋਲੋਂ ਅਸੈਪਟ ਕਰ ਲੈਣ, ਔਰ ਉਸ ਤੋਂ ਬਾਅਦ ਵੋਟ ਜਿਹੜਾ ਉਹ ਸਿਰਫ ਆਮ ਆਦਮੀ ਪਾਰਟੀ ਨੂੰ ਹੀ ਪਾਉਣ। ਜਿਹਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੀ ਨੋਟਿਸ ਲਿਆ ਹੈਗਾ, ਜਿਹਦੇ ਵਿੱਚ ਉਹਨਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ। ਦੇਖੋ ਇਹ ਬੜਾ ਵੱਡਾ ਇੱਕ ਟੈਕਨੀਕਲ ਫਲॉ ਵੀ ਇਸ ਗੱਲ ਦੇ ਵਿੱਚ ਇਸ ਕਰਕੇ ਵੀ ਆ ਜਾਂਦਾ ਕਿ ਸਮਝਣ ਵਾਲੀ ਗੱਲ ਹੈਗੀ ਆ ਕਿ ਪਹਿਲੀ ਵਾਰ 28 ਲੱਖ ਰੁਪਇਆ ਜਿਹੜਾ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਕਿਸੇ ਵੀ ਕੈਂਡੀਡੇਟ ਨੂੰ ਖਰਚਣ ਦੀ ਇਜਾਜ਼ਤ ਹੁੰਦੀ ਸੀ, ਉਸ ਨੂੰ ਵਧਾ ਕੇ 28 ਲੱਖ ਤੋਂ 40 ਲੱਖ ਜਿਹੜਾ ਉਹ ਕਰ ਦਿੱਤਾ ਗਿਆ। ਔਰ ਜੇ ਕੋਈ ਵੀ ਪਾਰਟੀ ਇਹ ਪਬਲਿਕਲੀ ਅਨਾਉਂਸ ਕਰਦੀ ਹੈਗੀ ਆ ਕਿ ਪੈਸੇ ਜਿੰਨੇ ਮਰਜ਼ੀ ਲਓ, ਸਾਰੀ ਚੀਜ਼ਾਂ ਜਿੰਨੀਆਂ ਮਰਜ਼ੀ ਲਓ, ਇਹਦੇ ਵਿੱਚ ਕਿਤੇ ਨਾ ਕਿਤੇ ਇੰਡੀਆ ਵੀ ਹੋਏਗਾ, ਉਹਦੇ ਆਪਣੇ ਜਿਹੜੇ ਕਾਰਵਾਈਆਂ ਦੇ ਖੇਤਰ ਹੁੰਦੇ ਉੱਤੇ ਵੀ ਸਵਾਲੀਆ ਚਿੰਨ੍ਹ ਜਿਹੜੇ ਲੱਗ ਜਾਂਦੇ ਹੈਗੇ ਨੇ, ਜਦੋਂ ਕਿ ਹਰ ਕੈਂਡੀਡੇਟ ਵਾਸਤੇ, ਪਾਰਟੀਆਂ ਵਾਸਤੇ ਇੱਕ ਖਰਚਾ ਕਰਨ ਦੀ ਲਿਮਿਟ ਤੈਅ ਕੀਤੀ ਗਈ ਹੈ। ਜਿੰਨਾ ਵੀ ਪੈਸਾ ਵੰਡਿਆ ਜਾਂਦਾ ਉਹ ਤੁਸੀਂ ਐਕਸੈਪਟ ਕਰ ਲਓ। ਇਸ ਤੋਂ ਸਮਝਣ ਦੀ ਗੱਲ ਹੈਗੀ ਆ ਕਿ ਜੋ ਲਿਮਿਟ ਤੈਅ ਹੁੰਦੀ, ਅਕਸਰ ਹੀ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਉਹ ਲਿਮਿਟ ਜਿਹੜੀ ਸਿਰਫ ਦਿਖਾਵੇ ਦੀ ਰਹਿ ਜਾਂਦੀ ਹੈ। ਚੋਰ ਮੋਰੀਆਂ, ਚੋਰ ਰਸਤੇ ਦੇ ਰਾਹੀਂ ਬਹੁਤ ਸਾਰਾ ਪੈਸਾ, ਕਰੋੜਾਂ ਰੁਪਏ, ਅਰਬਾਂ ਰੁਪਏ ਜਿਹੜੇ ਇਲੈਕਸ਼ਨ ਦੇ ਉੱਪਰ ਖਰਚ ਕਰਦੇ ਨੇ। ਸੋ ਇਹ ਸਾਰਾ ਸਿਨੈਰੀਓ ਨੂੰ ਕਿਸੇ ਨਾ ਕਿਸੇ ਤਰੀਕੇ ਡਿਸਮੈਂਟਲ ਹੁੰਦਾ ਵੇਖ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਇਹ ਆਮ, ਔਰ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੰਜੀਵ ਜੀ ਜਿਹੜੀਆਂ ਪਹਿਲੀ ਵਾਰ ਹੋਣੀਆਂ ਹੈਗੀਆਂ, ਜਿਹਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ CM ਚਿਹਰੇ ਦਾ ਵੀ ਅਜੇ ਤੱਕ ਅਨਾਉਂਸਮੈਂਟ ਜਿਹੜੀ ਉਹ ਨਹੀਂ ਕੀਤੀ, ਔਰ ਕੈਪਟਨ ਅਮਰਿੰਦਰ ਸਿੰਘ ਨੇ ਵੀ 24 ਸਾਲ ਬਾਅਦ ਇੱਕ ਆਪਣੀ ਅਲੱਗ ਪਾਰਟੀ ਬਣਾਈ। ਔਰ ਦੇਖੋ
24 ਸਾਲ ਬਾਅਦ ਹੀ ਅਕਾਲੀ ਦਲ ਔਰ ਭਾਜਪਾ ਦਾ ਜਿਹੜਾ ਸਾਥ ਸੀਗਾ, ਉਹਨਾਂ ਦਾ ਗੱਠਜੋੜ ਸੀਗਾ, ਉਹ ਵੀ ਟੁੱਟਿਆ। ਔਰ ਹਾਂਜੀ ਕਿਸਾਨਾਂ ਨੇ ਵੀ ਆਪਣੀਆਂ ਪਾਰਟੀਆਂ ਜਿਹੜੀਆਂ ਆਪਣੇ ਸਾਹਮਣੇ ਲਿਆਂਦੀਆਂ, ਜਿਹਦੇ ਵਿੱਚ 9 ਕਿਸਾਨ ਯੂਨੀਅਨ ਜਿਹੜੀਆਂ ਨੇ, ਉਹਨਾਂ ਨੇ ਇੱਕ ਜਥੇਬੰਦੀ ਤਿਆਰ ਕਰਕੇ ਪਾਰਟੀਆਂ ਜਿਹੜੀਆਂ ਆਪਣੀਆਂ ਅੱਗੇ ਲਾਏ। ਫਿਰ ਦੇਖੋ ਨਵਾਂ ਗੱਠਜੋੜ ਵੀ ਹੋਇਆ ਭਾਰਤੀ ਜਨਤਾ ਪਾਰਟੀ ਦਾ ਔਰ ਕੈਪਟਨ ਅਮਰਿੰਦਰ ਸਿੰਘ ਦਾ। ਸੋ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਇਸ ਵਾਰ ਪਹਿਲੀ ਵਾਰ ਜਿਹੜੀਆਂ ਉਹ ਸ਼ਾਮਲ ਹੋਣ ਜਾ ਰਹੀਆਂ। ਉਹ ਲੋਕਾਂ ਦੇ ਮਨਾਂ ਦੇ ਵਿੱਚ ਵੀ ਬਹੁਤ ਸਾਰੇ ਮੁੱਦੇ ਹੈਗੇ ਆ। ਲੋਕ ਵੀ ਚਾਹੁੰਦੇ ਨੇ ਕਿ ਉਸੇ ਕੈਂਡੀਡੇਟ ਨੂੰ ਚੁਣਿਆ ਜਾਵੇ, ਝੂਠੇ ਵਾਅਦੇ ਨਾ ਕਰੇ, ਝੂਠੇ ਲਾਰੇ ਨਾ ਲਾਏ, ਸੁਭਾਵ ਨੇ ਵਾਅਦੇ ਨਾ ਕਰੇ, ਜੋ ਪਿਛਲੇ ਸਮੇਂ ਦੇ ਵਿੱਚ ਲੋਕਾਂ ਨੂੰ ਵੱਡੀਆਂ ਖੁਆਬ ਜਿਹੜੇ ਉਹ ਸਰਕਾਰਾਂ ਨੇ ਦਿਖਾ ਦਿੱਤੇ ਸੀ। ਚਾਹੇ ਉਹ ਬੇਅਦਬੀ ਦਾ ਮਾਮਲਾ ਹੋਵੇ, ਕਾਰਵਾਈ ਕਰਨ ਦਾ, ਚਾਹੇ ਸਮਾਰਟਫੋਨਸ ਹੋਣ, ਚਾਹੇ ਘਰ ਨੌਕਰੀ ਦਾ ਵਾਅਦਾ ਹੋਵੇ, ਚਾਹੇ ਬਹੁਤ ਸਾਰੀਆਂ ਏਦਾਂ ਦੀਆਂ EMPLOYMENT ਦੀਆਂ ਅਨਾਉਂਸਮੈਂਟਸ ਹੋਣ ਜਿਹੜੀਆਂ ਯੁਵਾ ਵਰਗ ਨੂੰ ਅਟੈਚ ਕਰਨ ਵਾਲੀਆਂ ਹੋਣੀਆਂ ਸਨ, ਪਰ ਜ਼ਮੀਨੀ ਉਹਦਾ ਨਹੀਂ ਕਰਾਇਆ ਜਾ ਸਕਿਆ, ਅਮਲੀ ਜਾਮਾ ਨੂੰ ਨਹੀਂ ਬਣਾਇਆ ਜਾ ਸਕਿਆ। ਔਰ ਇਸ ਦੇ ਵਿੱਚ ਲੋਕਾਂ ਨੇ ਸਿਆਸੀ ਜਿਹੜੇ ਝੂਠ ਬੋਲੇ ਜਾਂਦੇ ਆ ਵੱਖੋ-ਵੱਖ ਲੀਡਰਾਂ ਵੱਲੋਂ, ਉਹਦਾ ਵੀ ਜਿਹੜਾ ਪਰਦਾਫਾਸ਼ ਸਮੇਂ-ਸਮੇਂ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਰਾਹੀਂ, ਆਪਣੀ ਸੋਚਾਂ ਦੇ ਰਾਹੀਂ ਉਹ ਔਰ ਤੁਸੀਂ ਹੋਰ ਦੇਖਣ ਵਾਲੀ ਗੱਲ ਹੈਗੀ ਹੈ ਕਿ ਬਹੁਤ ਸਾਰੇ ਏਦਾਂ ਦੇ ਸਿਆਸੀ ਸਵਾਲ ਵੀ ਹੈਗੇ ਨੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਹੈਗੇ ਨੇ। ਜੇ ਪਾਰਟੀਆਂ ਜਿਹੜੀਆਂ ਵੱਡੇ ਵਾਅਦੇ, ਵੱਡੇ ਸੁਭਾਵ ਨੇ ਅਨਾਉਂਸਮੈਂਟਸ ਕਰ ਰਹੀਆਂ ਨੇ, ਕੋਈ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਕਰਦਾ ਹੈ, ਕੋਈ 5000 ਦੇਣ ਦੀ ਗੱਲ ਕਰਦਾ ਹੈ, ਕੋਈ ਬਿਜਲੀ ਮੁਫਤ ਕਰਨ ਦੀ ਗੱਲ ਕਰਦਾ ਹੈ 300 ਯੂਨਿਟ, ਕੋਈ ਉਸ ਤੋਂ ਵੀ ਡਬਲ ਕਰਨੀ ਸ਼ੁਰੂ ਕਰ ਦਿੰਦਾ, ਕੋਈ ਬਹੁਤ ਸਾਰੀ ਟਰਾਂਸਪੋਰਟ ਨੂੰ ਫ੍ਰੀ ਕਰਨ ਦੀ ਗੱਲ ਕਰਦਾ, ਪਰ ਉਹ ਕਿਤੇ ਵੀ ਸੋਲੂਸ਼ਨ ਜਿਹੜਾ ਹੈ ਲੋਕ ਇਹ ਸਮਝ ਪਾ ਰਹੇ ਨੇ। ਲੋਕ ਅੱਜ ਅਨਾਉਂਸਮੈਂਟਸ ਨਹੀਂ ਮੰਗ ਰਹੇ, ਲੋਕ ਅੱਜ ਵਾਅਦੇ ਝੂਠੇ ਨਹੀਂ ਮੰਗ ਰਹੇ, ਲੋਕ ਉਹਦਾ ਸੋਲੂਸ਼ਨ ਭਾਲਣ ਦੀ ਵੀ ਲੋੜ ਦੇ ਵਿੱਚ ਆਪਣੇ ਆਪ ਨੂੰ ਸਮਝ ਰਹੇ ਨੇ। ਲੋਕ ਸੋਲੂਸ਼ਨ ਮੰਗ ਰਹੇ ਨੇ ਕਿ ਇਹ ਸਾਰੀਆਂ ਚੀਜ਼ਾਂ ਅਨਾਉਂਸਮੈਂਟਸ, ਪਬਲਿਕ ਅਨਾਉਂਸਮੈਂਟਸ ਰਾਜਨੀਤਿਕ ਪਾਰਟੀਆਂ ਵੱਲੋਂ ਚੋਣਾਂ ਦੇ ਨਜ਼ਦੀਕ ਆਉਣ ਦੇ ਉੱਤੇ, ਵੋਟਾਂ ਲੈਣ ਲਈ, ਲੋਕਾਂ ਨੂੰ ਲੁਭਾਉਣ ਦੇ ਲਈ, ਲੋਕਾਂ ਨੂੰ ਫਿਰ ਇੱਕ ਵਾਰ ਦੁਬਾਰਾ ਬੇਵਕੂਫ ਬਣਾਉਣ ਦੇ ਲਈ ਇਹ ਕਰ ਰਹੀਆਂ ਨੇ। ਪਰ ਲੋਕ ਹੁਣ ਬੜੇ ਸਮਝਦਾਰ ਔਰ ਜਾਗਰੂਕ ਹੋ ਗਏ। ਲੋਕ ਸਮਝ ਰਹੇ ਨੇ ਕਿ ਸਾਨੂੰ ਕਿਸੇ ਵੀ ਤਰੀਕੇ ਨਾਲ ਕੀ ਇਹਦਾ ਸੋਲੂਸ਼ਨ ਹੈਗਾ, ਕੀ ਹੱਲ ਹੈਗਾ ਪੰਜਾਬ ਦੀ ਸੇਫਟੀ, ਸਿਕਿਉਰਿਟੀ, ਲਾਅ ਐਂਡ ਆਰਡਰ, ਪੰਜਾਬ ਦੀ EMPLOYMENT, ਪੰਜਾਬ ਦਾ ਵਾਟਰ ਟੇਬਲ, ਪੰਜਾਬ ਦੇ ਬਹੁਤ ਸਾਰੇ ਏਦਾਂ ਦੇ ਮੁੱਦੇ, ਚਾਹੇ ਉਹ ਟਰਾਂਸਪੋਰਟ ਨਾਲ ਜੁੜੇ ਹੋਣ, ਚਾਹੇ ਮਾਈਨਿੰਗ ਇਸ਼ੂ ਦੇ ਨਾਲ ਜੁੜੇ ਹੋਣ, ਚਾਹੇ ਡਰੱਗਸ ਨਾਲ ਜੁੜੇ ਹੋਣ, ਚਾਹੇ ਟੈਰਰਿਜ਼ਮ ਨਾਲ ਜੁੜੇ ਹੋਣ, ਚਾਹੇ ਨਾਰਕੋ ਟੈਰਰਿਜ਼ਮ ਨਾਲ ਜੁੜੇ ਹੋਣ। ਇਹ ਸਾਰਿਆਂ ਨੂੰ ਉਹ ਕੋਈ ਵੀ ਲੀਡਰ ਜੇ ਵਾਅਦੇ ਕਰ ਰਿਹਾ ਤੇ ਉਹਨੂੰ ਜ਼ਮੀਨੀ ਪੱਧਰ ਦੇ ਉੱਤੇ, ਜ਼ਮੀਨੀ ਹਕਾਇਕ ਦੇ ਉੱਤੇ ਐਡਰੈਸ ਉਹ ਕਿਸ ਤਰੀਕੇ ਦੇ ਨਾਲ ਕਰੇਗਾ ਪੰਜਾਬ ਦੇ ਲੋਕਾਂ ਨੂੰ ਅਜੇ ਤੱਕ ਇਹ ਪੂਰਾ ਮੈਪ, ਪੂਰੀ ਗਾਈਡਲਾਈਨ ਔਰ ਪੂਰੀ ਮੈਪਲਾਈਨ ਜਿਹੜੀ ਅਜੇ ਤੱਕ ਕਿਸੇ ਵੀ ਲੀਡਰ ਜਾਂ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਅਸਲੀ ਰੂਪ ਦੇ ਵਿੱਚ ਨਹੀਂ ਦਿੱਤੀ ਗਈ। ਔਰ ਤੁਸੀਂ ਦੇਖੋ ਕਿ ਪੰਜਾਬ ਹਮੇਸ਼ਾ ਹੀ ਗੱਲ ਹੁੰਦੀ ਆ ਵਿਮਨ ਐਮਪਾਵਰਮੈਂਟ ਦੀ, ਔਰਤਾਂ ਦੇ ਅਧਿਕਾਰ ਦੀ। ਪਾਰਟੀਆਂ ਗੱਲ ਕਰਦੀਆਂ ਨੇ 50% ਅਸੀਂ ਟਿਕਟਾਂ ਜਿਹੜੀਆਂ ਔਰਤਾਂ ਨੂੰ ਦੇਵਾਂਗੇ, ਔਰਤਾਂ ਨੂੰ ਅੱਗੇ ਲੈ ਕੇ ਜਾਵਾਂਗੇ, ਔਰ ਇਦਾਂ ਦੀ ਵੀ ਗੱਲਾਂ ਜਿਹੜੀਆਂ ਫਿਰ ਜਦੋਂ ਵਾਰੀ ਆ ਜਾਂਦੀ ਹੈ ਕੰਮ ਕਰਨ ਦੀ, ਉਦੋਂ ਫਿਰ ਉਹ ਪਿੱਛੇ ਰਹਿ ਜਾਂਦੀਆਂ ਨੇ। ਸੋ ਵਿਮਨ ਐਮਪਾਵਰਮੈਂਟ ਦੀ ਗੱਲ ਹੋਵੇ ਔਰ ਬਹੁਤ ਸਾਰੇ ਵੇਰੀਅਸ ਫੈਕਟਰ ਹੋਣ ਜਿਹੜੇ ਪੰਜਾਬ ਦੇ ਵਿੱਚ ਚੋਣਾਂ ਨੂੰ ਇਸ ਵਾਰੀ ਪ੍ਰਭਾਵਿਤ ਕਰਨਗੇ, ਚਾਹੇ ਉਹ NRI ਵੋਟ ਹੋਵੇ, ਚਾਹੇ ਉਹ ਗਰੀਬ ਤਬਕੇ ਦੀ ਵੋਟ ਹੋਵੇ, ਚਾਹੇ ਉਹ ਮਿਡਲ ਕਲਾਸ ਦੀ ਵੋਟ ਹੋਵੇ। ਅਸੀਂ ਦੇਖਿਆ ਕਿ ਪਿਛਲੇ ਸਾਲਾਂ ਤੋਂ ਕੋਵਿਡ ਸਿਨੈਰੀਓ ਦੇ ਵਿੱਚ ਗਰੀਬ ਤਬਕਾ ਜਿੱਥੇ ਬਹੁਤ ਵੱਡੀ ਮਾਰ ਚੱਲੀ, ਉਹਨਾਂ ਨੇ ਕਾਰੋਬਾਰੀ ਰੂਪ ਦੇ ਵਿੱਚ, ਵਪਾਰ ਦੇ ਰੂਪ ਦੇ ਵਿੱਚ, ਔਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਆਪਣਾ ਘਰ ਪਰਿਵਾਰ ਚਲਾਉਣ ਦੇ ਵਿੱਚ ਬੜੀਆਂ ਦਿੱਕਤਾਂ ਦਰਪੇਸ਼ ਆਈਆਂ। ਉੱਥੇ ਮਿਡਲ ਕਲਾਸ ਵੀ ਇੱਕ ਅਜਿਹਾ ਤਬਕਾ ਸੀ ਜਿਹੜਾ ਨਾ ਤੇ ਕਿਸੇ ਕੋ ਮੰਗ ਸਕਦਾ ਸੀ, ਨਾ ਹੀ ਉਹ ਬਿਲੋ ਪਾਵਰਟੀ ਲਾਈਨ ਦੇ ਵਿੱਚ ਆਉਂਦਾ ਸੀ, ਨਾ ਹੀ ਉਹਦਾ ਕੋਈ ਕਾਰੋਬਾਰ ਚੱਲਦਾ ਸੀ। ਤੋ ਇਸ ਕਰਕੇ ਇਹ ਸਾਰੇ ਇਸ਼ੂ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਅੱਜ ਵੀ ਛਾਏ ਹੋਏ ਨੇ। ਲੋਕੀ ਇਕੱਲੇ ਚੁਣਾਵੀ ਵਾਅਦੇ ਨਹੀਂ ਮੰਗਦੇ, ਲੋਕ ਜ਼ਮੀਨੀ ਪੱਧਰ ਦੇ ਉੱਤੇ ਕਿਸ ਤਰ੍ਹਾਂ ਪੰਜਾਬ ਨੂੰ ਅਗਰਸਰ ਕਰਨਾ ਹੈ, ਕਿਸ ਤਰ੍ਹਾਂ ਪੰਜਾਬ ਦੀ ਲੀਹਾਂ ਨੂੰ ਦੁਬਾਰਾ ਚੰਗੀ ਲਾਈਨਾਂ ਦੇ ਉੱਪਰ ਲਿਆ ਕੇ ਪੰਜਾਬ ਨੂੰ ਤਗੜਾ ਕਰਨਾ, ਉਹਦਾ ਸੋਲੂਸ਼ਨ ਮੰਗਦੇ ਨੇ। ਜੀ ਪਵਨ ਜੀ, ਅੱਜ ਸਭ ਤੋਂ ਵੱਡਾ ਮੁੱਦਾ ਹੈ ਪੰਜਾਬ ਦੇ ਸਾਹਮਣੇ ਨਸ਼ੇ ਦਾ ਮੁੱਦਾ। ਤੇ ਜਿਹੜੇ ਪੋਲੀਟੀਸ਼ੀਅਨਸ ਕਿਸੇ ਵੀ ਸਰਕਾਰ ਦੇ ਹੋਣ, ਕਿਸੇ ਵੀ ਪਾਰਟੀ ਦੇ ਹੋਣ, ਜਿਹੜੇ ਇਹ ਡਰੱਗ ਮਾਫੀਆ ਦੇ ਨਾਲ ਮਿਲੇ ਹੋਏ ਨੇ, ਇਸ ਡਰੱਗ ਨੈਕਸਸ ਦੇ ਨਾਲ ਮਿਲੇ ਹੋਏ ਨੇ, ਉਹਨਾਂ ਦੀ ਇੱਕ ਇਨਕੁਆਇਰੀ ਹੋਣੀ ਚਾਹੀਦੀ ਹੈ, ਨਿਰਪੱਖ ਇਨਕੁਆਇਰੀ ਹੋਣੀ ਚਾਹੀਦੀ ਹੈ, ਕੋਈ ਫੇਵਰਟਿਜ਼ਮ ਨਹੀਂ ਹੋਣਾ ਚਾਹੀਦਾ। ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਲੋਕ ਸਭ ਕੁਝ ਜਾਣਦੇ ਨੇ। ਤੁਸੀਂ ਗੱਲ ਕੀਤੀ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਹਰ ਪਾਰਟੀ ਕੈਲਕੂਲੇਸ਼ਨਸ ਕਰ ਰਹੀ ਹੈ ਆਪਣੇ ਖਰਚਿਆਂ ਨੂੰ ਲੈ ਕੇ, ਤੇ 40 ਲੱਖ ਤੋਂ ਵੱਧ ਤੁਸੀਂ ਖਰਚਾ ਨਹੀਂ ਕਰ ਸਕਦੇ। ਤੁਸੀਂ ਇਹ ਵੀ ਨਾਲ ਗੱਲ ਕਹੀ ਕਿ ਚੋਰ ਮੋਰੀਆਂ ਮੌਜੂਦ ਨੇ, 40 ਲੱਖ ਤੋਂ ਕਿਤੇ ਵੱਧ ਖਰਚਾ ਕੀਤਾ ਜਾਏਗਾ ਤੇ ਬਾਕੀ ਜਿਹੜੇ ਬਿਲਸ ਦਿੱਤੇ ਜਾਣਗੇ ਚੋਣ ਕਮਿਸ਼ਨ ਨੂੰ, ਉਹ 40 ਲੱਖ ਦੇ ਦਿੱਤੇ ਜਾਣਗੇ। ਸਵਾਲ ਇਹ ਬਣਦਾ ਹੈ ਕਿ ਇੰਨਾ ਪੈਸਾ ਕਿੱਥੋਂ ਲਿਆਉਣਗੇ ਇਹ ਪੋਲੀਟੀਸ਼ੀਅਨਸ? 40 ਲੱਖ ਤੋਂ ਵੱਧ ਖਰਚਾ ਕਰਨ ਵਾਸਤੇ ਕੌਣ ਸਪਾਂਸਰ ਕਰ ਰਿਹਾ ਹੈ? ਤੇ ਜਦੋਂ ਪਾਵਰ ਵਿੱਚ ਆ ਜਾਣਗੇ ਤਾਂ ਇਹ ਪੈਸੇ ਪੂਰੇ ਕਿਵੇਂ ਕਰਨੇ ਨੇ, ਆਮਦਨੀ ਕਿਵੇਂ ਕਰਨੀ ਹੈ? ਇਹ 40 ਲੱਖ ਦਾ ਖਰਚਾ ਜਾਂ ਉਸ ਤੋਂ ਵੱਧ ਦਾ ਕਰੋੜਾਂ ਦਾ ਖਰਚਾ ਜਿਹੜਾ ਹੋ ਜਾਊਗਾ, ਉਹ ਪੈਸੇ ਕਿਵੇਂ ਪੂਰੇ ਕਰਨੇ ਨੇ, ਕਮਾਈ ਕਿਵੇਂ ਕਰਨੀ ਹੈ?
ਕਿਉਂਕਿ ਤਨਖਾਹਾਂ ਤਾਂ ਇੰਨੀਆਂ ਹੋਣੀਆਂ ਨਹੀਂ। ਜੀ ਬੜੀ ਇੰਪੋਰਟੈਂਟ ਗੱਲ ਹੈਗੀ ਆ। ਇਹੀ ਰਾਜਨੀਤੀ ਦਾ ਦੁਖਾਂਤ ਹੈਗਾ ਭਾਰਤ ਦੀ, ਸਪੈਸ਼ਲੀ ਜੇ ਮੈਂ ਗੱਲ ਕਰਾਂ, ਔਰ ਪੰਜਾਬ ਦੀ ਵੀ ਬੜੇ ਵੱਡੇ ਤਾਦਾਦ ਦੇ ਉੱਤੇ ਜਿਹੜੇ ਬਾਹੂਬਲੀ ਲੋਕ ਹੈਗੇ ਉਹੀ ਚੋਣਾਂ ਦੇ ਵਿੱਚ ਹਿੱਸਾ ਲੈਂਦੇ ਨੇ। ਜਿਹੜਾ ਟਰਾਂਸਪੋਰਟ ਮਾਫੀਆ ਉਹੀ ਚੋਣਾਂ ਦੇ ਵਿੱਚ ਹਿੱਸਾ ਲੈਂਦਾ। ਜਿਹੜਾ ਹੋਟਲਰਸ ਹੁੰਦੇ ਨੇ ਵੱਡੇ ਵੱਡੇ ਉਹੀ ਚੋਣਾਂ ਦੇ ਵਿੱਚ ਹਿੱਸਾ ਲੈਂਦਾ। ਜਿਹੜਾ ਗਰੀਬ ਸ਼ਰੀਫ ਮਜ਼ਲੂਮ ਇਨਸਾਨ ਹੈਗਾ ਉਹ ਕਦੀ ਵੀ ਚੋਣਾਂ ਦੇ ਵਿੱਚ ਹਿੱਸਾ ਨਾ ਤਾਂ ਲੈਂਦਾ ਨਾ ਹੀ ਲੈ ਸਕਦਾ, ਕਿਉਂਕਿ ਚੋਣਾਂ ਜਿਹੜੀਆਂ ਪਾਣੀ ਵਾਂਗ ਪੈਸਾ ਵਹਾਉਣਾ, ਇਦਾਂ ਦੇ ਫਿਰ ਮਲਟੀਟਾਸਕ ਲੋਕ ਜਿਹੜੇ ਵੱਡੇ ਵੱਡੇ ਇੰਡਸਟਰੀਅਲਿਸਟ ਹੋਣ, ਜਿਨ੍ਹਾਂ ਦੀਆਂ ਸ਼ੂਗਰ ਮਿੱਲਾਂ ਚੱਲਦੀਆਂ ਹੋਣ, ਜਿਨ੍ਹਾਂ ਦੇ ਵੱਡੀਆਂ ਵੱਡੀਆਂ ਟਰਾਂਸਪੋਰਟ ਕੰਪਨੀਆਂ ਚੱਲਦੀਆਂ ਹੋਣ, ਜਿਨ੍ਹਾਂ ਦੇ ਨੈਸ਼ਨਲ ਇੰਟਰਨੈਸ਼ਨਲ ਹੋਟਲ ਚੱਲਦੇ ਹੋਣ, ਇਦਾਂ ਦੇ ਹੀ ਲੋਕ ਫਿਰ ਚੋਣਾਂ ਦੇ ਵਿੱਚ ਆਪਣੀ ਹਿੱਸੇਦਾਰੀ ਪਾਉਂਦੇ ਨੇ। ਫਿਰ ਉਹੀ ਲੋਕ ਜਦੋਂ ਪੈਸਾ ਤੇ ਉਹਨਾਂ ਨੇ ਆਲਰੇਡੀ ਬੜਾ ਕਮਾ ਲਿਆ ਹੁੰਦਾ, ਜਦੋਂ ਉਸ ਤੋਂ ਬਾਅਦ ਉਹ ਤਾਕਤ ਨੂੰ ਕਮਾਉਣ ਅਜ਼ਮਾਉਣ ਦੇ ਵਿੱਚ ਆ ਜਾਂਦੇ ਨੇ, ਫਿਰ ਉਹ ਚੁਣਾਵੀ ਦੰਗਲ ਦੇ ਵਿੱਚ ਖੁੱਦ ਜਾਂਦੇ ਨੇ, ਜਿਸ ਦੇ ਨਾਲ ਫਿਰ ਉਹ ਜਦੋਂ ਸੀਟਾਂ ਆਪਣੀਆਂ ਜਿੱਤਦੇ ਨੇ, ਸਰਕਾਰ ਬਣਾਉਂਦੇ ਨੇ, ਕੋਈ ਮੰਤਰੀ ਬਣਦਾ ਹੈਗਾ, ਕੋਈ ਵੱਖ-ਵੱਖ ਅਹੁਦਿਆਂ ਉੱਪਰ ਜਾਂਦਾ ਹੈਗਾ, ਫਿਰ ਉਹ ਆਪਣੇ ਕਾਰੋਬਾਰ ਨੂੰ ਵੀ ਇਸੇ ਤਰੀਕੇ ਨਾਲ ਇਨਫਲੂਐਂਸ ਕਰਕੇ ਉਸ ਤੋਂ ਪੈਸਾ ਹੋਰ ਵੀ ਕਈ ਗੁਣਾ ਵਧਾ ਲੈਂਦਾ ਹੈਗਾ। ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਬਹੁਤ ਸਾਰੇ ਵੱਡੇ ਲੀਡਰ, ਜਿਨ੍ਹਾਂ ਦੀ ਇਨਕਮ ਦੇ ਵਿੱਚ ਵਾਧਾ ਕਈ 100 ਗੁਣਾ ਹੁੰਦਾ ਹੈ, 500 ਗੁਣਾ ਹੁੰਦਾ ਹੈ ਹਰ ਸਾਲ। ਜੀ ਸੋ ਇੱਥੋਂ ਬੜਾ ਕਲੀਅਰ ਔਰ ਬੜਾ ਸਪਸ਼ਟ ਹੈਗਾ ਕਿ ਜਿਹੜੇ ਸਰਮਾਏਦਾਰ ਲੋਕ ਹੈਗੇ ਨੇ ਉਹੀ ਚੋਣਾਂ ਲੜਨ ਦੇ ਮੂਡ ਦੇ ਵਿੱਚ ਅਕਸਰ ਪੰਜਾਬ ਦੇ ਵਿੱਚ ਆ ਜਾਂਦੇ। ਬਹੁਤ ਹੀ ਇੱਕਾ ਦੁੱਕਾ ਔਰ ਬਹੁਤ ਹੀ ਘੱਟ ਤਾਦਾਦ ਦੇ ਵਿੱਚ ਉਹ ਲੀਡਰ ਹੋਣਗੇ ਜਿਨ੍ਹਾਂ ਕੋਲ ਪੈਸੇ ਦੀ ਕਿਸੇ ਤਰ੍ਹਾਂ ਦੀ ਕਮੀ ਹੋਏਗੀ। ਜਿਹੜਾ ਉਹ ਫਾਈਨਲ ਐਫੀਡੇਵਿਟ ਵੀ ਚੋਣ ਕਮਿਸ਼ਨ ਨੂੰ ਵੀ ਦਿੰਦੇ ਨੇ, ਜਿਹੜਾ ਇਲੈਕਸ਼ਨ ਲੜਨ ਵੇਲੇ ਸਬਮਿਟ ਕਰਾਇਆ ਜਾਂਦਾ ਹੈ ਪ੍ਰਸ਼ਾਸਨ ਨੂੰ, ਉਹਦੇ ਵਿੱਚ ਵੀ ਆਪਣੇ ਪੈਸੇ ਦੀ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਦੇਣੀ ਹੁੰਦੀ ਹੈ, ਵਾਈਟ ਮਨੀ ਦੀ ਜਾਣਕਾਰੀ ਦੇਣੀ ਹੁੰਦੀ ਹੈ। ਪਰ ਉਸ ਤੋਂ ਇਲਾਵਾ ਵੀ ਉਹਨਾਂ ਨੇ ਬਹੁਤ ਲੱਖਾਂ ਕਰੋੜਾਂ ਰੁਪਏ ਜਿਹੜੇ ਆ, ਬਹੁਤ ਸਾਰੀ ਚੋਰ ਮੋਰੀਆਂ ਜਿਹੜੀਆਂ ਸਾਡੇ ਸਿਸਟਮ ਦੇ ਵਿੱਚ ਹੈਗੀਆਂ ਨੇ, ਉਹਨੂੰ ਐਡਜਸਟਮੈਂਟ ਕਰਦੇ ਹੋਏ ਉਹ ਇਲੈਕਸ਼ਨ ਦੇ ਵਿੱਚ ਚੋਣਾਂ ਦੇ ਵਿੱਚ ਕਰਨੀ ਹੁੰਦੀ ਆ। ਸ਼ਰਾਬ ਵੰਡਣ ਦੇ ਵਿੱਚ ਬਹੁਤ ਵੱਡੀ ਤਾਦਾਦ ਤੇ ਪੈਸਾ ਲੱਗਦਾ ਹੈਗਾ। ਨੋਟ ਵੰਡੇ ਜਾਂਦੇ ਨੇ, ਸੂਟ ਵੰਡੇ ਜਾਂਦੇ ਨੇ, ਲੋਕਾਂ ਨੂੰ ਆਟਾ ਦਾਲ ਵੰਡਿਆ ਜਾਂਦਾ ਹੈ ਐਂਡਲੇ ਸਮੇਂ ਦੇ ਵਿੱਚ। ਫਿਰ ਲੋਕਾਂ ਨੂੰ ਬਹੁਤ ਸਾਰੀਆਂ ਹੋਰ ਇਦਾਂ ਦੀਆਂ ਸੁਵਿਧਾਵਾਂ ਔਰ ਲਾਲਚ ਦੇਣ ਦੀ ਗੱਲ ਜਿਹੜੀ ਹੈ ਪੈਸੇ ਦੇ ਥਰੂ ਕੀਤੀ ਜਾਂਦੀ ਹੈ। ਸੋ ਉਹ ਸਿਸਟਮ ਜਿਹੜਾ ਇਹਨਾਂ ਰਾਜਨੀਤਿਕ ਲੀਡਰਾਂ ਨੇ, ਰਾਜਨੀਤਿਕ ਸ਼ਖਸੀਅਤਾਂ ਨੇ, ਵਧੇਰੇ ਤੌਰ ਦੇ ਉੱਤੇ ਬਹੁਤੇ ਲੀਡਰਾਂ ਨੇ ਪਹਿਲਾਂ ਹੀ ਉਹਦੇ ਸਾਰੇ ਅਰੇਂਜਮੈਂਟਸ ਕੀਤੇ ਹੁੰਦੇ ਨੇ। ਕਾਗਜ਼ੀ ਕਾਰਵਾਈ ਜਿਹੜੀ ਆ, ਕਾਗਜ਼ੀ ਘੋੜੇ ਦੌੜਾਉਣੇ ਜਿਹੜੇ ਆ ਉਹ ਬੜੀ ਅੱਛੀ ਤਰ੍ਹਾਂ ਜਾਣਦੇ ਨੇ। ਕਾਗਜ਼ੀ ਸ਼ੇਰ ਜਿਹੜੇ ਉਹਨਾਂ ਨੇ ਕਿਸ ਤਰ੍ਹਾਂ ਬਣਾਉਣੇ ਹੈਗੇ, ਕਿਸ ਤਰ੍ਹਾਂ ਲਾਅ ਐਂਡ ਆਰਡਰ ਨੂੰ ਅਵਾਇਡ ਕਰਦੇ ਹੋਏ ਕਿਸ ਤਰ੍ਹਾਂ ਕਾਨੂੰਨ ਦੇ ਵਿੱਚ ਰਹਿ ਕੇ ਕਾਨੂੰਨ ਨੂੰ ਤੋੜਨਾ, ਔਰ ਲੋਕਾਂ ਨੂੰ ਪੈਸੇ ਦੀ ਭਰਮਾਰ ਕਰਕੇ ਲੋਕਾਂ ਦੇ ਵੋਟ ਖਰੀਦਣੇ, ਜਾਂ ਇਦਾਂ ਦੀਆਂ ਭੈੜੀਆਂ ਸੌੜੀਆਂ ਚਾਲਾਂ ਚੱਲਣੀਆਂ ਜਿਹੜੀਆਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਾਂ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਜਿਹੜਾ ਪੈਣੀ ਨਜ਼ਰ ਰੱਖਦਾ ਹੈ, ਫਿਰ ਵੀ ਉਸ ਦੇ ਬਾਵਜੂਦ ਵੀ ਬਹੁਤ ਸਾਰੀਆਂ ਚੋਰ ਮੋਰੀਆਂ ਇਦਾਂ ਦੀਆਂ ਰਾਜਨੀਤਿਕ ਲੀਡਰ ਬਣਾ ਕੇ ਫਿਰ ਇਹ ਚੋਣਾਂ ਨੂੰ ਪੂਰਨ ਤੌਰ ਦੇ ਉੱਤੇ ਆਪਣੇ ਵੱਲ ਜਿੱਤਣ ਦੇ ਵਿੱਚ ਵੀ ਜਿੱਤ ਹਾਸਲ ਕਰਨ ਦੇ ਵਿੱਚ ਵੀ ਸਫਲ ਹੋ ਜਾਂਦੇ ਨੇ। ਸੋ ਸੰਜੀਵ ਜੀ, ਜਿਹੜਾ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਜਾਂ ਇੰਡੀਆ ਵੀ ਕਹਿ ਸਕਦੇ ਹਾਂ, ਉਹਨਾਂ ਨੇ ਤੇ ਕੋਡ ਆਫ ਕੰਡਕਟ ਲਗਾ ਦਿੱਤਾ ਹੈਗਾ। ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 15 ਜਨਵਰੀ ਤੱਕ ਕੋਈ ਵੀ ਰੈਲੀ ਤੋਂ ਰੋਕ ਹੈਗੀ ਆ, ਡੋਰ ਟੂ ਡੋਰ ਜਾਣ ਦੇ 5 ਲੋਕਾਂ ਦੇ ਹੀ ਸਿਰਫ ਇਜਾਜ਼ਤ ਜਿਹੜੀ ਲੋਕਾਂ ਨੂੰ ਮਿਲੀ ਹੈਗੀ ਆ। 40 ਲੱਖ ਦੀ ਗੱਲ ਹੋ ਗਈ ਹੈ ਕਿ ਇੰਨਾ ਹੀ ਖਰਚਾ ਕਰਨਗੇ। ਡਿਜੀਟਲ ਤੇ ਵਰਚੁਅਲ ਤਰੀਕੇ ਨਾਲ ਵੀ ਪ੍ਰਚਾਰ ਨੂੰ ਕਹਿਣ ਦੀ ਗੱਲ ਕੀਤੀ ਗਈ ਹੈ, ਔਰ ਸਾਰੇ ਕਰਮਚਾਰੀਆਂ ਦੀ ਕੋਵਿਡ ਵੈਕਸੀਨੇਸ਼ਨ ਨੂੰ, ਪੋਲੀਟੀਕਲ ਜਿਹੜੀ ਰੈਲੀਆਂ ਹੋਣਗੀਆਂ ਉਹਦੇ ਵਿੱਚ ਕੋਵਿਡ ਗਾਈਡਲਾਈਨਸ, ਇਹ ਸਾਰੀਆਂ ਚੀਜ਼ਾਂ ਜ਼ਰੂਰ ਇਲੈਕਸ਼ਨ ਕਮਿਸ਼ਨ ਨੇ ਆਪਣੇ ਪਰਫਾਰਮਾਂ ਦੇ ਵਿੱਚ, ਆਪਣੇ ਲਿਖਤ ਤਰੀਕੇ ਦੇ ਵਿੱਚ ਜਾਰੀ ਤਾਂ ਕਰ ਦਿੱਤੀਆਂ ਨੇ, ਪਰ ਇਹਦਾ ਅਮਲ ਦਰਾਮਦ ਅਮਲੀ ਰੂਪ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ ਸਾਰੇ ਰਾਜਨੀਤਿਕ ਪਾਰਟੀਆਂ, ਲੀਡਰ ਔਰ ਲੋਕ ਇਸ ਨੂੰ ਜ਼ਮੀਨੀ ਪੱਧਰ ਤੇ ਕਿਸ ਤਰ੍ਹਾਂ ਦੇਖਦੇ ਨੇ, ਕਿਸ ਤਰ੍ਹਾਂ ਇੰਪਲੀਮੈਂਟੇਸ਼ਨ ਇਹਦੀ ਅਸਲ ਸੱਚ ਰੂਪ ਦੇ ਵਿੱਚ ਹੋਏਗੀ, ਖਾਸ ਕਰ ਪੈਸੇ ਦੇ ਮਾਮਲੇ ਦੇ ਵਿੱਚ ਉਹ ਦੇਖਣਾ ਬੜਾ ਹੀ ਇੰਟਰਸਟਿੰਗ ਔਰ ਮੈਂ ਸਮਝਦਾ ਕਿ ਬੜਾ ਗੰਭੀਰ ਵਿਸ਼ਾ ਹੈਗਾ ਕਿ ਇਹਨਾਂ ਲੀਡਰਾਂ ਨੂੰ ਇਸ ਦਾਇਰੇ ਦੇ ਵਿੱਚ ਕਿਸ ਤਰੀਕੇ ਨਾਲ ਕਾਬੂ ਕਰਨਾ ਹੈਗਾ, ਜਕੜ ਕੇ ਰੱਖਣਾ ਹੈਗਾ। ਇਹ ਵੀ ਇਲੈਕਸ਼ਨ ਕਮਿਸ਼ਨ ਦੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਪ੍ਰੀਖਿਆ ਹੈਗੀ। ਜੀ ਪਵਨ ਜੀ, ਸਭ ਤੋਂ ਵੱਡੀ ਗੱਲ ਹੁੰਦੀ ਹੈ ਕ੍ਰੈਡੀਬਿਲਿਟੀ। ਜਿਹੜਾ ਤੁਹਾਡਾ ਸਿਆਸੀ ਆਗੂ ਹੈ, ਜਿਹੜੀ ਤੁਹਾਡੀ ਸਿਆਸੀ ਪਾਰਟੀ ਹੈ, ਉਹਦੀ ਭਰੋਸੇਯੋਗਤਾ ਕਿੰਨੀ ਹੈ, ਕਿੰਨਾ ਉਹਦੇ ਉੱਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ। ਤੇ ਇਹਨਾਂ ਸਾਰਿਆਂ ਨੇ ਮਿਲ ਕੇ ਲੋਕਤੰਤਰ ਨੂੰ ਇੱਕ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ। ਪੈਸਾ ਖਰਚ ਕਰਦੇ ਨੇ, ਸਿਆਸੀ ਭ੍ਰਸ਼ਟਾਚਾਰ ਕਰਦੇ ਨੇ, ਤੇ ਦੇਖੋ ਪੰਜਾਬ ਦਾ ਤੇ ਭਾਰਤ ਦੇਸ਼ ਦਾ ਕੀ ਹਾਲ ਕਰਕੇ ਰੱਖ ਦਿੱਤਾ ਹੈ ਇਹਨਾਂ ਸਿਆਸੀ ਆਗੂਆਂ ਨੇ, ਜਿਨ੍ਹਾਂ ਨੂੰ ਅਸੀਂ ਆਪਣੇ ਨੁਮਾਇੰਦੇ ਚੁਣਦੇ ਹਾਂ। ਤਾਂ ਨੁਮਾਇੰਦੇ ਚੁਣਨ ਦੀ ਜਿੱਥੋਂ ਤੱਕ ਗੱਲ ਹੁੰਦੀ ਹੈ, ਕੱਲ ਸੁਣਿਆ ਕਿ 10 ਸੈਕਟਰ ਚੰਡੀਗੜ੍ਹ ਦੇ ਵਿੱਚ ਕੈਫੇਟੇਰੀਆ ਦੇ ਵਿੱਚ ਬੜੀ ਗਹਿਮਾ ਗਹਿਮੀ ਰਹੀ ਹੈ, ਤੇ ਕਾਂਗਰਸੀ ਬੜੀ ਵੱਡੀ ਮਾਤਰਾ ਦੇ ਵਿੱਚ, ਬੜੀ ਵੱਡੀ ਗਿਣਤੀ ਦੇ ਵਿੱਚ ਉੱਥੇ ਇਕੱਠੇ ਰਹੇ ਨੇ, ਤੇ ਟਿਕਟ ਨੂੰ ਲੈ ਕੇ ਅਪਰੋਚ ਹੁੰਦੀ ਰਹੀ ਹੈ ਕਿ ਮੈਨੂੰ ਟਿਕਟ ਮਿਲੇ ਤੇ ਮੈਨੂੰ ਟਿਕਟ ਮਿਲੇ। ਆਪਣੇ ਸਾਰੇ ਕਨੈਕਸ਼ਨਸ ਵੀ ਇਸਤੇਮਾਲ ਕੀਤੇ ਨੇ, ਆਪਣੀਆਂ ਸਾਰੀਆਂ ਪਹੁੰਚ ਦੀਆਂ ਸਾਰੀਆਂ ਕਾਰਗੁਜ਼ਾਰੀਆਂ ਇਸਤੇਮਾਲ ਕੀਤੀਆਂ ਨੇ ਤਾਂ ਕਿ ਸਾਨੂੰ
ਟਿਕਟ ਮਿਲ ਜਾਏ, ਅਸੀਂ ਇਲੈਕਸ਼ਨ ਦੇ ਵਿੱਚ ਖੜੇ ਹੋ ਕੇ ਜਿੱਤ ਸਕੀਏ। ਕਿਉਂਕਿ ਸੁਣਿਆ ਕਿ 40 ਤੋਂ 50 ਐਮਐਲਏਜ਼ ਐਸੇ ਨੇ ਕਾਂਗਰਸ ਦੇ ਵਿੱਚ ਜੋ ਸੰਤੁਸ਼ਟ ਨਹੀਂ, ਉਹ ਕਿਸੇ ਪਾਸੇ ਵੀ ਜਾ ਸਕਦੇ ਨੇ। ਇਸ ਦੇ ਉੱਤੇ ਵੀ ਪੈਣੀ ਨਜ਼ਰ ਹੈ ਸਾਰਿਆਂ ਦੀ। ਜੀ ਬੜੀ ਇੰਪੋਰਟੈਂਟ ਇਹ ਵੀ ਗੱਲ ਹੈਗੀ ਆ, ਬੜੀ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਸਿਟਿੰਗ ਐਮਐਲਏਜ਼ ਹੈਗੇ ਆ, ਬਹੁਤ ਸਾਰੀ ਵਿਧਾਨ ਸਭਾ ਸੀਟਾਂ ਦੇ ਉੱਤੇ ਉਹਨਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ ਤੈਅ ਨੇ, ਚਾਹੇ ਉਹਨਾਂ ਦੇ ਉੱਤੇ ਕਰਪਸ਼ਨ ਦੇ ਆਰੋਪ ਹੋਣ, ਚਾਹੇ ਉਹਨਾਂ ਦੇ ਇਸ ਵੇਲੇ ਸਿਚੁਏਸ਼ਨ ਔਰ ਪਕੜ ਜਿਹੜੀ ਹਲਕੇ ਦੇ ਉੱਤੇ ਘੱਟ ਹੋਵੇ, ਔਰ ਬਹੁਤ ਸਾਰੇ ਵੇਰੀਅਸ ਫੈਕਟਰ ਹੁੰਦੇ ਆ ਕਿਸੇ ਵੀ ਕੈਂਡੀਡੇਟ ਨੂੰ ਟਿਕਟ ਕਿਸੇ ਵੀ ਪਾਰਟੀ ਵੱਲੋਂ ਐਲਾਨੇ ਜਾਣਾ, ਉਹਦੇ ਬਹੁਤ ਸਾਰੇ ਹੀ ਆਧਾਰ ਹੁੰਦੇ ਨੇ, ਉਹਦਾ ਜਨਤਕ ਆਧਾਰ, ਉਹਦਾ ਪਿਛਲਾ ਕੰਮਕਾਜ, ਉਸਦੇ ਕੰਮਕਾਜ ਕਰਨ ਦਾ ਤਰੀਕਾ, ਔਰ ਉਸਨੇ ਪਾਰਟੀ ਲਈ ਕਿੰਨੀਆਂ ਫਾਈਨ ਲਾਈਨਸ ਜਿਹੜੀਆਂ ਉਹ ਕ੍ਰੀਏਟ ਕੀਤੀਆਂ ਨੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੈਅ ਕਰਨੀਆਂ ਹੁੰਦੀਆਂ। ਔਰ ਦੇਖੋ, ਜਿਹੜੇ ਪੰਜਾਬ ਦੇ ਵਿੱਚ ਰਾਜਨੀਤਿਕ ਸ਼ਖਸੀਅਤਾਂ ਹੈਗੀਆਂ, ਉਹਨਾਂ ਨੇ ਤਾਂ ਆਪਣਾ ਜੋੜ ਤੋੜ, ਆਪਣੇ ਪੈਸੇ ਦਾ ਇਸਤੇਮਾਲ, ਆਪਣੇ ਦਿਮਾਗ ਦਾ ਇਸਤੇਮਾਲ, ਆਪਣੀ ਅਪਰੋਚ ਦਾ ਇਸਤੇਮਾਲ ਤੇ ਕਰਨਾ ਹੀ ਹੁੰਦਾ। ਪਰ ਗਰਾਊਂਡ ਲੈਵਲ ਦੇ ਉੱਤੇ ਪੰਜਾਬ ਅੱਜ ਉਸ ਸਥਿਤੀ ਦੇ ਵਿੱਚ ਨਹੀਂ ਹੈਗਾ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਕੰਪਰੋਮਾਈਜ਼ ਹੋਵੇ, ਕਿਸੇ ਤਰ੍ਹਾਂ ਦਾ ਵੀ ਐਕਸਪੈਰੀਮੈਂਟ, ਰਾਜਨੀਤਿਕ ਐਕਸਪੈਰੀਮੈਂਟ ਪੰਜਾਬ ਦੇ ਨਾਲ ਕੀਤਾ ਜਾਵੇ। ਅਸੀਂ ਸਮਝਦੇ ਹਾਂ, ਦੇਖੋ ਪੰਜਾਬ ਦੇ ਵਿੱਚ ਨਾਕੇ, ਚਾਕੇ, ਫਾਕੇ, ਡਾਕੇ ਔਰ ਧਮਾਕੇ, ਇਹੋ ਚੀਜ਼ਾਂ ਜਿਹੜੀਆਂ ਸਰਮੌਰ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅੱਜ ਸਾਨੂੰ ਵੇਖਣ ਨੂੰ ਮਿਲਦੀਆਂ ਨੇ। ਲੋਕਾਂ ਨੂੰ ਕਿਸੇ ਤਰ੍ਹਾਂ ਦਾ ਤਾਲੀਮ, ਇਨਸਾਫ, ਵਕਾਰ ਜਿਹੜਾ ਲੋਕਾਂ ਨੂੰ ਕਿਤੇ ਵੀ ਮਿਲ ਨਹੀਂ ਪਾ ਰਿਹਾ। ਪੰਜਾਬ ਛੱਡ ਕੇ ਅੱਜ ਲੋਕ ਜਿਹੜਾ ਇਸ ਸੂਬੇ ਦੇ ਵਿੱਚੋਂ ਬਾਹਰ ਭੱਜਣਾ ਚਾਹੁੰਦੇ ਨੇ, ਪਰ ਉਹੀ ਗੱਲ, ਪੰਜਾਬ ਫਿਰ ਅੱਜ ਖਾਲੀ ਹੈਗਾ। ਬਹੁਤ ਸਾਰਾ ਯੂਥ ਜਿਹੜਾ ਉਹ ਪੰਜਾਬ ਛੱਡ ਕੇ ਵੱਖੋ-ਵੱਖ ਦੁਨੀਆ ਦੇ ਦੇਸ਼ਾਂ ਦੇ ਵਿੱਚ ਜਾ ਕੇ ਆਪਣੀ ਤਰੱਕੀ ਵਿੱਚ ਮਾਇਲ ਹੋ ਗਿਆ। ਔਰ ਇਹਨਾਂ ਪੰਜਾਬ ਦੇ ਵਿੱਚ ਜਿਹੜੇ ਬਚੇ-ਖੁਚੇ ਸਿਆਸੀ ਲੀਡਰ ਨੇ, ਉਹ ਸਰਮਾਏਦਾਰ ਲੀਡਰ ਨੇ, ਉਹ ਤਾਕਤਵਰ ਲੀਡਰ ਨੇ, ਉਹ ਪੈਸੇ ਵਾਲੇ ਲੋਕ ਨੇ। ਸੋ ਉਹ ਆਪਣਾ ਜੋੜ ਤੋੜ ਇਹ ਚੀਜ਼ਾਂ ਲਈ ਕਰਦੇ ਨੇ, ਪਰ ਆਮ ਲੋਕ ਜਿਹੜੇ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਤਰਸਦੇ ਹੈਗੇ ਨੇ। ਕੈਂਸਰ ਟ੍ਰੇਨ ਚੱਲਦੀ ਹੈਗੀ ਆ, ਤੁਸੀਂ ਦੇਖਿਆ ਹੋਣਾ, ਜਿਹਦਾ ਨਾਮ ਹੀ ਕੈਂਸਰ ਟ੍ਰੇਨ ਚੱਲ ਗਿਆ। ਔਰ ਬਹੁਤ ਸਾਰੇ ਇਲਾਜ ਕਰਾਉਣ ਦੇ ਵਿੱਚ ਵੀ ਲੋਕ ਇਲਾਜ ਕਰਾਉਣ ਹੱਥੋਂ ਹੀ ਬੈਠੇ ਹੁੰਦੇ ਨੇ, ਦਵਾਈ ਦੇ ਹੱਥੋਂ ਬੈਠੇ ਨੇ। ਮੈਡੀਕਲ ਕੰਪਨੀਜ਼ ਦਾ, ਫਾਰਮਾ ਕੰਪਨੀਜ਼ ਦਾ, ਡਾਕਟਰਸ ਦੇ ਨਾਲ ਨੈਕਸਸ ਚੱਲ ਰਿਹਾ। ਗਵਰਨਮੈਂਟ ਹਸਪੀਟਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਲੋਕਾਂ ਨੂੰ ਇਲਾਜ ਦੀ ਉਸ ਤਰੀਕੇ ਦੇ ਨਾਲ ਨਹੀਂ ਮਿਲਦੀ, ਜਿਹੜੀ ਗਲੋਬਲ ਸਟੈਂਡਰਡ ਦੀ ਹੋਣੀ ਚਾਹੀਦੀ ਹੈ। ਲੋਕ ਗਲੀ ਮੁਹੱਲੇ ਜਾ ਕੇ ਰਾਤ ਨੂੰ ਆਪਣੇ ਸ਼ਹਿਰ ਦੇ ਵਿੱਚ ਜਾ ਕੇ ਸੇਫਟੀ ਮਹਿਸੂਸ ਨਹੀਂ ਕਰਦੇ, ਲੁੱਟਾਂ ਖੋਹਾਂ ਉਹਨਾਂ ਦੇ ਨਾਲ ਹੁੰਦੀਆਂ ਨੇ। ਸੋ ਏਦਾਂ ਦੇ ਸਾਰੇ ਸਿਨੈਰੀਓ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਇਹਨਾਂ ਹਾਲਾਤਾਂ ਦੇ ਵਿੱਚ ਬਣ ਗਏ ਨੇ, ਪਰ ਰਾਜਨੀਤਿਕ ਲੀਡਰਾਂ ਨੂੰ ਸਿਰਫ ਆਪਣੇ ਪੈਸੇ ਦਾ ਇਸਤੇਮਾਲ ਕਰਕੇ ਜਿੱਤਣ ਵੱਲ ਹੀ ਜਿਹੜਾ ਧਿਆਨ ਹੈਗਾ। ਮੈਂ ਅੱਗੇ ਅਰਜ਼ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਇਸ ਤਰ੍ਹਾਂ ਦੀ ਵੀ ਮੈਪ ਲਾਈਨ ਜਿਹੜੀ ਨਹੀਂ ਦਿੱਤੀ ਗਈ, ਕੋਈ ਸੋਲੂਸ਼ਨ ਨਹੀਂ ਦੇ ਰਹੇ ਕਿ ਉਹ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਲੈਕਸ਼ਨਾਂ ਜਾਂ ਚੋਣਾਂ ਜਿੱਤਣ ਤੋਂ ਬਾਅਦ ਕਿਸ ਤਰ੍ਹਾਂ ਰੂਪ ਦੇ ਵਿੱਚ ਪੱਕਾ ਰਿਲੀਫ ਲੋਕਾਂ ਨੂੰ ਦੇ ਪਾਉਣਗੇ। ਮਹਿੰਗਾਈ ਦੇ ਵਿੱਚ ਕਮੀ ਆਏਗੀ, ਲੋਕਾਂ ਨੂੰ ਇਲਾਜ ਜਿਹੜਾ ਕਰਾਉਣਾ ਸੁਖਾਲਾ ਹੋ ਜਾਏਗਾ, ਲੋਕ ਜਿਹੜੇ ਉਹ ਸੇਫ ਐਂਡ ਸਿਕਿਉਰ ਹੋ ਜਾਣਗੇ। ਇਹਦੇ ਨਾਲ ਇਹ ਸਾਰਾ ਐਡਮਿਨਿਸਟ੍ਰੇਸ਼ਨ ਔਰ ਸਿਸਟਮ ਚੱਲੇਗਾ। ਇਹ ਕਦੀ ਵੀ ਰਾਜਨੀਤਿਕ ਲੀਡਰਾਂ ਨੇ ਜ਼ਮੀਨੀ ਪੱਧਰ ਦੇ ਉੱਤੇ ਅਸਲੀ ਰੂਪ ਦੇ ਵਿੱਚ ਲੋਕਾਂ ਨੂੰ ਨਹੀਂ ਦਿੱਤਾ। ਔਰ ਸੰਜੀਵ ਜੀ, ਇੱਕ ਗੱਲ ਮੈਂ ਹੋਰ ਅਰਜ਼ ਕਰਦਿਆਂ, ਜਿਹੜੀ ਰਾਜਨੀਤੀ ਹੈ, ਇਸ ਦੇ ਵਿੱਚ ਰਿਸ਼ਵਤ ਦਾ ਬੜਾ ਵੱਡਾ ਰੋਲ ਹੁੰਦਾ। ਜਿਹੜੀ ਰਿਸ਼ਵਤ ਖੋਰੀ ਹੈਗੀ ਆ, ਉਹ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਜੇ ਕੀਤੀ ਜਾਂਦੀ ਹੈ, ਕਿਸੇ ਵੀ ਡਿਪਾਰਟਮੈਂਟ ਵੱਲੋਂ ਕੀਤੀ ਜਾਂਦੀ ਹੈ, ਉਹਦੇ ਵਿੱਚ ਸਭ ਤੋਂ ਵੱਡਾ ਰੋਲ ਰਾਜਨੀਤਿਕ ਲੀਡਰਾਂ ਦਾ ਹੀ ਹੁੰਦਾ ਹੈ। ਰਾਜਨੀਤਿਕ ਲੀਡਰਸ਼ਿਪ ਦੇ ਵਿੱਚ ਬਿੱਲ ਪਾਰ ਹੋਵੇ, ਕਿਸੇ ਤਰ੍ਹਾਂ ਦੀ ਵੀ ਰਿਸ਼ਵਤ ਨੂੰ ਬੰਦ ਕਰਨਾ ਬੜਾ ਈਜ਼ੀ ਹੋ ਜਾਂਦਾ ਹੈ। ਔਰ ਤੁਸੀਂ ਇੱਕ ਗੱਲ ਨੋਟਿਸ ਕਰਿਓ, ਇੱਕ ਮੈਂ ਬੜੀ ਅਨਰਿਕਾਰਡਡ ਜੀ ਗੱਲ ਕਹਿ ਰਿਹਾ ਕਿ ਜਿਸ ਤਰ੍ਹਾਂ ਕੋਈ ਵੀ ਅਫੀਸ਼ੀਅਲ ਜਾਂ ਕੋਈ ਵੀ ਵੱਡਾ ਅਧਿਕਾਰੀ ਜਾਂ ਕਹਿ ਸਕਦੇ ਹੋ ਨੇਤਾ ਜਦੋਂ ਕਿਸੇ ਵੀ ਸਟੇਟ ਦੇ ਵਿੱਚ ਜਾਂਦਾ ਹੈ, ਕਿਸੇ ਵੀ ਸ਼ਹਿਰ ਦੇ ਵਿੱਚ ਜਾਂਦਾ ਹੈ, ਵੱਡੇ 5 ਸਟਾਰ ਲੈਵਲ ਦੇ ਹੋਟਲਸ ਜਿਹੜੇ ਉਹ ਬੁੱਕ ਹੋ ਜਾਂਦੇ ਨੇ, ਵੱਡੇ ਸੂਟਸ ਬੁੱਕ ਹੋ ਜਾਂਦੇ ਨੇ। ਉਹਨਾਂ ਲੱਖਾਂ ਕਰੋੜਾਂ ਖਰਚਾ ਉਹਨਾਂ ਦਾ ਇੱਕ ਵਿਜ਼ਿਟ ਦੇ ਉੱਪਰ ਹੀ ਆ ਜਾਂਦਾ। ਪਰ ਅਨਅਧਿਕਾਰਿਕ ਤੌਰ ਦੇ ਉੱਤੇ ਰਿਸ਼ਵਤ ਦੇ ਪੈਸੇ ਇਕੱਠੇ ਕਰਨ ਲਈ ਜਿਹੜੇ ਜ਼ਿਲ੍ਹਾ ਕਚਹਿਰੀਆਂ ਦੇ ਵਿੱਚ ਤਹਿਸੀਲਦਾਰਾਂ ਨੂੰ, ਐਸਡੀਐਮਸ ਨੂੰ, ਡਿਪਟੀ ਕਮਿਸ਼ਨਰ ਨੂੰ, ਏਦਾਂ ਦੇ ਜਿਹੜਾ ਇਨਫਰਾਸਟ੍ਰਕਚਰ ਇਹਨਾਂ ਦਾ ਬਣਿਆ ਹੁੰਦਾ, ਹਾਇਰਾਰਕੀ ਬਣੀ ਹੁੰਦੀ ਆ, ਉਹ ਲੋਕਾਂ ਦੇ ਜਦੋਂ ਫਿਰ ਕੰਮ ਕਰਦੇ ਨੇ, ਸਾਰੇ ਰਿਸ਼ਵਤਾਂ ਅਧਿਕਾਰੀ ਕੋਲ ਜਾਂਦੀਆਂ ਨੇ, ਫਿਰ ਉਹਨੇ ਹੀ ਹੋਟਲਾਂ ਦੇ ਬਿੱਲ ਪੇ ਕਰਨੇ ਹੁੰਦੇ ਆ। ਕਾਗਜ਼ਾਂ ਦੇ ਵਿੱਚ ਜਿਹੜੇ ਬਿੱਲ ਹੈ ਉਹ ਸਰਕਾਰੀ ਦੌਰੇ ਦੇ ਬੜੇ ਥੋੜੇ ਦਿਖਾਏ ਜਾਂਦੇ ਨੇ, ਪਰ ਉਸ ਤੋਂ ਇਲਾਵਾ ਕਈ ਗੁਣਾ ਜ਼ਿਆਦਾ ਹਕਾਇਕ ਦੇ ਤੌਰ ਦੇ ਉੱਤੇ, ਹਕੀਕੀ ਤੌਰ ਦੇ ਉੱਤੇ ਬਿੱਲ ਜਿਹੜੇ ਉਹ ਵੱਡੇ ਬਣੇ ਹੁੰਦੇ ਨੇ। ਕਾਗਜ਼ੀ ਸਰਕਾਰੀ ਬਿੱਲ ਥੋੜੇ ਬਣਾ ਕੇ, ਔਰ ਬਾਕੀ ਜਿਹੜੇ ਰਿਸ਼ਵਤ ਦਾ ਪੈਸਾ ਇਕੱਠਾ ਕੀਤਾ ਹੁੰਦਾ, ਕਿਸੇ ਐਸਡੀਐਮ ਦੀ ਡਿਊਟੀ ਲਾ ਕੇ, ਕਿਸੇ ਤਹਿਸੀਲਦਾਰ ਦੀ ਡਿਊਟੀ ਲਾ ਕੇ, ਕਿਸੇ ਡਿਪਟੀ ਕਮਿਸ਼ਨਰ ਦੀ ਡਿਊਟੀ ਲਾ ਕੇ, ਫਿਰ ਉਹ ਬਿੱਲ ਜਿਹੜੇ ਆ ਹੋਟਲਾਂ ਨੂੰ ਜਾਂ ਵੱਖੋ-ਵੱਖ ਅਦਾਰਿਆਂ ਨੂੰ ਪੇ ਕੀਤੇ ਜਾਂਦੇ ਆ। ਤੇ ਜਦੋਂ ਏਦਾਂ ਦੇ ਸਿਨਾਰੀਓਜ਼ ਰਾਜਨੀਤਿਕ ਲੀਡਰਾਂ ਨੇ, ਰਾਜਨੀਤਿਕ ਸ਼ਖਸੀਅਤਾਂ ਨੇ, ਪੋਲੀਟੀਕਲ ਪਾਰਟੀਆਂ ਨੇ, ਸਰਕਾਰਾਂ ਆਉਣ ਦੇ ਵਿੱਚ ਰੱਖੇ ਹੋਣ ਕਿ ਕਿਸੇ ਵੀ ਸਟੇਟ 'ਚ, ਕਿਸੇ ਵੀ ਸੂਬੇ 'ਚ, ਕਿਸੇ ਵੀ ਜ਼ਿਲ੍ਹੇ 'ਚ ਜਦੋਂ ਵਿਜ਼ਿਟ ਕਰਨਾ, ਤੇ ਉਹਦਾ ਖਰਚਾ ਫਿਰ ਆਮ ਲੋਕਾਂ ਦਾ ਰਿਸ਼ਵਤ ਦੇ ਨਾਲ ਕੀਤੇ ਗਏ ਪੈਸੇ ਇਕੱਠੇ ਕਰਕੇ ਹੀ ਪੇ ਕਰਨਾ, ਤੇ ਫਿਰ ਤੁਸੀਂ ਕਿਸ ਤਰ੍ਹਾਂ ਸਮਝ ਸਕਦੇ ਹੋ ਕਿ ਇਹ ਰਾਜਨੀਤਿਕ ਲੋਕ ਜਦੋਂ ਪਾਵਰ ਦੇ ਵਿੱਚ ਆਉਣਗੇ ਔਰ ਲੋਕਾਂ ਨੂੰ
ਜ਼ਮੀਨੀ ਪੱਧਰ ਦੇ ਉੱਤੇ ਸਾਫ਼ ਇਨਸਾਫ ਜਿਹੜਾ ਉਹ ਲੋਕਾਂ ਨੂੰ ਮਿਲ ਸਕੇਗਾ। ਸੋ ਇਹ ਲਗਭਗ ਇੰਪੋਸੀਬਲ ਗੱਲ ਅਜੋਕੇ ਹਾਲਾਤਾਂ ਦੇ ਵਿੱਚ ਨਜ਼ਰ ਆ ਰਹੀ ਹੈ, ਔਰ ਕਿਸੇ ਵੀ ਲੀਡਰ ਨੇ ਵੀ ਸਪਸ਼ਟਤਾ ਦੇ ਨਾਲ ਇਹਨਾਂ ਗਰਾਊਂਡ ਲੈਵਲ ਦੇ ਵਿਸ਼ਿਆਂ ਦੇ ਉੱਪਰ ਅਜੇ ਤੱਕ ਕੋਈ ਵੀ ਲੋਕਾਂ ਨੂੰ ਸੇਧ ਨਹੀਂ ਦਿੱਤੀ। ਪਵਨ ਜੀ, ਅੱਜ ਕੋਈ ਵੀ ਸਿਆਸੀ ਆਗੂ, ਕੋਈ ਵੀ ਸਿਆਸੀ ਪਾਰਟੀ ਅਜਿਹੀ ਨਹੀਂ ਲੱਗਦੀ ਜਿਹੜੀ ਪੰਜਾਬ ਹਿਤੈਸ਼ੀ ਹੋਵੇ, ਜਾਂ ਕਹਾਂਗੇ ਕਿ ਲੱਭਣੇ ਪੈਣਗੇ ਉਹ ਲੋਕ, ਲੱਭਣੀਆਂ ਪੈਣਗੀਆਂ ਉਹ ਸਿਆਸੀ ਪਾਰਟੀਆਂ ਜੋ ਪੰਜਾਬ ਹਿਤੈਸ਼ੀ ਹੋਣ। ਹੁਣ ਕਿਸਾਨ ਲੱਗੇ ਹੋਏ ਨੇ, 117 ਇਹਨਾਂ ਨੂੰ ਕੈਂਡੀਡੇਟਸ ਚਾਹੀਦੇ ਨੇ ਆਪਣੀਆਂ ਇਲੈਕਸ਼ਨਸ ਵਾਸਤੇ, ਤਾਂ ਉਹਨਾਂ ਬੰਦਿਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਇਹਨਾਂ ਦੀ ਸਕਰੀਨਿੰਗ ਕਮੇਟੀ ਨੇ ਜੋ ਆ ਕੇ ਇਹਨਾਂ ਦਾ ਸਾਥ ਦੇਣ। ਤਾਂ ਰੱਬ ਕਰੇ ਐਸੇ 117 ਬੰਦੇ ਲੱਭ ਹੀ ਲੈਣ ਜਿਹੜੇ ਪੰਜਾਬ ਹਿਤੈਸ਼ੀ ਹੋਣ, ਪੰਜਾਬ ਦੇ ਲੋਕਾਂ ਵਾਸਤੇ ਕੰਮ ਕਰਨ, ਲੋਕ ਹਿਤੈਸ਼ੀ ਹੋਣ। ਤੁਹਾਨੂੰ ਇਹ ਲੱਗਦਾ ਹੈ ਕਿ ਸਾਡੇ ਕੋਲ ਇਹ ਸਿਸਟਮ ਹੋਣਾ ਚਾਹੀਦਾ ਹੈ, ਰਾਈਟ ਟੂ ਰਿਕਾਲ, ਕਿ ਜਿਹੜਾ ਕੈਂਡੀਡੇਟ ਅਸੀਂ ਬੇਸ਼ੱਕ ਜਿਤਾ ਕੇ ਗਲਿਆਰੇ 'ਚ ਭੇਜ ਦਿੱਤਾ, ਸੱਤਾ ਦੇ MLA ਬਣਾ ਦਿੱਤਾ, ਵਿਧਾਨ ਸਭਾ 'ਚ ਭੇਜ ਦਿੱਤਾ, ਫਿਰ ਵੀ ਸਾਡੇ ਕੋਲ ਰਾਈਟ ਟੂ ਰਿਕਾਲ ਹੋਵੇ ਕਿ ਜੇ ਸਾਨੂੰ ਉਹਦਾ ਕੰਮ ਪਸੰਦ ਨਹੀਂ, 1 ਸਾਲ ਬਾਅਦ ਜਾਂ 2 ਸਾਲ ਬਾਅਦ ਉਹਨੂੰ ਵਾਪਸ ਬੁਲਾ ਲਈਏ, ਉਹਨੂੰ ਉਸ ਅਹੁਦੇ ਤੇ ਨਾ ਰਹਿਣ ਦਈਏ ਤੇ ਫਿਰ ਇੱਕ ਨਵਾਂ ਕਾਬਿਲ ਬੰਦਾ ਉੱਥੇ ਬਿਠਾਈਏ। ਇਹ ਰਾਈਟ ਟੂ ਰਿਕਾਲ ਦਾ ਕੀ ਤੁਸੀਂ ਵਿਚਾਰ ਰੱਖਦੇ ਹੋ? ਜੀ ਸੰਜੀਵ ਜੀ, ਇਹ ਵੀ ਬੜੀ ਜ਼ਰੂਰੀ ਤੁਸੀਂ ਗੱਲ ਕੀਤੀ ਹੈ। ਰਾਈਟ ਟੂ ਰੀਕਾਲ ਜਿਹੜਾ ਹੈਗਾ, ਉਹ ਜਿਸ ਤਰ੍ਹਾਂ ਸਕੈਂਡੀਨੇਵੀਅਨ ਕੰਟਰੀਆਂ ਜਾਂ ਬਹੁਤ ਸਾਰੇ ਡਿਵੈਲਪ ਕੰਟਰੀਜ਼ ਦੇ ਵਿੱਚ ਇਹ ਆਲਰੇਡੀ ਇੰਸਟਾਲ ਹੈਗਾ। ਲੋਕ ਇਸ ਚੀਜ਼ ਨੂੰ ਸਮਝਦੇ ਹੈਗੇ ਆ, ਜੇ ਕੋਈ ਰਾਜਨੀਤਿਕ ਸ਼ਖਸੀਅਤ, ਕੋਈ ਪੋਲੀਟੀਕਲ ਉਹਨਾਂ ਦਾ ਲੀਡਰ ਜਿਹੜਾ ਜਿੱਤ ਕੇ ਜੇ ਉਹ ਕੰਮਕਾਜ ਉਸ ਤਰੀਕੇ ਦਾ ਨਹੀਂ ਕਰਦਾ ਤੇ ਉਹਨੂੰ ਰੀਕਾਲ ਕਰ ਲਿਆ ਜਾਂਦਾ, ਉਹਨੂੰ ਵਾਪਸ ਬੁਲਾ ਲਿਆ ਜਾਂਦਾ ਔਰ ਉਸਦੀ ਸੀਟ ਜਿਹੜੀ ਉਸ ਕੋਲੋਂ ਖੋਲੀ ਜਾਂਦੀ ਹੈ। ਫਿਰ ਦੁਬਾਰਾ ਚੋਣ ਹੋ ਕੇ ਕੋਈ ਅੱਛਾ ਲੀਡਰ ਉਹਦੀ ਮੁਖਾਤਿਬ ਉਹਨੂੰ ਫਿਰ ਕੀਤਾ ਜਾਂਦਾ। ਪਰ ਤੁਸੀਂ ਦੇਖੋ, ਭਾਰਤ ਦੇ ਵਿੱਚ, ਭਾਰਤ ਇੱਕ ਡਿਵੈਲਪਿੰਗ ਕੰਟਰੀ ਹੈਗੀ ਹੈ, ਭਾਰਤ ਦੇ ਵਿੱਚ ਗਰੀਬ ਅਰਥ ਵਿਵਸਥਾ ਹੈਗੀ ਆ, ਏਦਾਂ ਦੀਆਂ ਮੁਸ਼ਕਲਾਂ ਦਰਪੇਸ਼ ਹੈਗੀਆਂ। ਕਈ ਲੋਕ ਅਜਿਹੇ ਵੀ ਅੱਜ ਹੈਗੇ ਨੇ ਇਸ ਦੌਰ ਦੇ ਵਿੱਚ ਜਿਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਵਾਂਝੇ ਨੇ। ਕਈ ਅੱਜ ਵੀ ਪਿੰਡ ਇਹੋ ਜਿਹੇ ਹੈਗੇ ਨੇ ਜਿੱਥੇ ਬਿਜਲੀ ਨਹੀਂ ਪਹੁੰਚੀ। ਕਈ ਅਜਿਹੇ ਅੱਜ ਵੀ ਲੋਕ ਹੈਗੇ ਨੇ ਜਿਹੜੇ ਬਹੁਤ ਸਾਰਾ ਸ਼ੌਚ ਦਾ ਪ੍ਰਬੰਧ ਵੀ ਉਹਨਾਂ ਨੂੰ ਬਾਹਰ ਖੁੱਲੇ ਦੇ ਵਿੱਚ ਕਰਨਾ ਪੈਂਦਾ। ਫੂਡ ਕ੍ਰਾਈਸਿਸ ਹੈਗੇ ਆ, ਮਹਿੰਗਾਈ ਦੀ ਬੜੀ ਤਗੜੀ ਮਾਰ ਹੈਗੀ ਆ, ਏਮਪਲੋਇਮੈਂਟ ਨਹੀਂ ਹੈਗੀ। ਸੋ ਇਦਾਂ ਦੀ ਸਟੇਟ ਲਈ, ਇਦਾਂ ਦੇ ਦੇਸ਼ ਲਈ ਫਿਰ ਰੀਕਾਲ ਸਿਸਟਮ ਕਰਨਾ, ਜਿਹੜਾ ਚੋਣਾਂ ਹੈਗੀਆਂ, ਉਹ ਬੜੀਆਂ ਭਾਰੀ ਖਰਚੇ ਦਾ ਮਾਮਲਾ ਹੁੰਦਾ। ਉਹ ਇਲੈਕਸ਼ਨ ਕਮਿਸ਼ਨ, ਫੋਰਸਿਸ, ਇਨਫਰਾਸਟ੍ਰਕਚਰ ਡਿਵੈਲਪ ਕਰਨਾ, ਉਹ ਮਾਹੌਲ ਬਣਾਉਣਾ। ਜੇ ਭਾਰਤ ਦੇ ਵਿੱਚ ਰੀਕਾਲ ਸਿਸਟਮ ਠੀਕ ਹੈ, ਇਹ ਰਹਿ ਅੱਛੀ ਹੋ ਸਕਦੀ ਹੈ, ਪਰ ਅਮਲ ਦਰਾਮਦ ਇਹਦਾ ਕਰਨਾ ਬਹੁਤ ਮੁਸ਼ਕਿਲ ਔਰ ਬਹੁਤ ਟਫ ਹੋਏਗਾ, ਕਿਉਂਕਿ ਇੱਕ ਅਜਿਹਾ ਦੇਸ਼ ਜਿਹੜੀਆਂ ਬਹੁਤ ਸਾਰੀਆਂ ਮਸਾਇਲ ਆਲਰੇਡੀ ਲੋਕਾਂ ਦੇ ਦਰਪੇਸ਼ ਹੋ ਰਹੀਆਂ, ਲੋਕਾਂ ਨੂੰ ਬਹੁਤ ਸਾਰੀਆਂ ਬੁਨਿਆਦੀ ਮੁਸ਼ਕਲਾਂ ਹੈਗੀਆਂ। ਹੱਕ ਸੱਚ ਦੀ ਆਵਾਜ਼ ਬੁਲੰਦ ਕਰਨਾ ਬੜਾ ਮੁਸ਼ਕਲ ਹੈਗਾ। ਲੋਕਾਂ ਨੂੰ ਇਨਸਾਫ ਨਹੀਂ ਮਿਲਦਾ, ਲੋਕਾਂ ਨੂੰ ਐਜੂਕੇਸ਼ਨਲ ਰਿਸੋਰਸਿਸ ਨਹੀਂ ਮਿਲਦੇ, ਲੋਕਾਂ ਨੂੰ ਖਾਣ ਪੀਣ ਲਈ ਸਾਫ਼ ਸੁਥਰਾ ਪਾਣੀ ਨਹੀਂ ਮਿਲਦਾ। ਤੇ ਫਿਰ ਉਸ ਦੇਸ਼ ਦੇ ਵਿੱਚ ਉਦਾਂ ਦੇ ਹਾਲਾਤਾਂ ਦੇ ਵਿੱਚ ਰੀਕਾਲ ਸਿਸਟਮ ਜਨਰੇਟ ਕਰ ਲੈਣਾ, ਕ੍ਰੀਏਟ ਕਰ ਲੈਣਾ, ਲੀਡਰਾਂ ਦੇ ਵਿੱਚ ਬਾਰ-ਬਾਰ ਚੋਣਾਂ ਕਰਾਉਣ ਦਾ ਮਾਹੌਲ ਬਣ ਜਾਣਾ, ਪਾਰਟੀਬਾਜ਼ੀਆਂ ਕ੍ਰੀਏਟ ਹੋ ਜਾਣਾ। ਫਿਰ ਇਹ ਜਿਹੜੀ ਭਾਰਤ ਦੀ ਡੈਮੋਕ੍ਰੇਸੀ ਹੈਗੀ ਆ, ਲੋਕਤੰਤਰ ਹੈਗਾ, ਉਹਦੇ ਵਿੱਚ ਬੜੇ ਹੀ ਮੁਸ਼ਕਲ ਹਾਲਾਤ ਪੈਦਾ ਕਰ ਦੇਗਾ, ਜੋ ਮੇਰੀ ਇੱਕ ਨਿੱਜੀ ਸੋਚ ਹੈਗੀ ਆ। ਇਸ ਕਰਕੇ ਹੀ ਇਦਾਂ ਦਾ ਰੀਕਾਲ ਸਿਸਟਮ ਭਾਰਤ ਦੇ ਵਿੱਚ ਜਿਹੜਾ ਉਹ ਇੰਪਲੀਮੈਂਟ ਨਹੀਂ ਕੀਤਾ ਗਿਆ, ਔਰ ਫਿਊਚਰ ਦੇ ਵਿੱਚ ਵੀ ਇਹਦੇ ਹੋਣ ਦੇ ਅਸਾਰ ਜਿਹੜੇ ਉਹ ਸਾਨੂੰ ਨਹੀਂ ਦਿਸਦੇ, ਮਾਈਨਿਊਟ ਅਸਾਰ ਨੇ। ਸੋ ਹੋਣਾ ਜ਼ਰੂਰ ਚਾਹੀਦਾ ਹੁੰਦਾ ਹੈ, ਪਰ ਕਿਸੇ ਵੀ ਡੈਮੋਗ੍ਰਾਫੀ ਦਾ ਸਿਸਟਮ ਦੇਖਣਾ, ਉਹਦੇ ਉਸ ਸਮੇਂ ਦੇ ਹਾਲਾਤ ਦੇਖਣੇ, ਉਥੋਂ ਦਾ ਲੋਕਾਂ ਦਾ HNI ਇੰਡੈਕਸ ਦੇਖਣਾ, ਲੋਕ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ, ਕੀ ਖਾ ਰਹੇ ਨੇ, ਕੀ ਪੀ ਰਹੇ ਨੇ, ਕੀ ਕਾਰੋਬਾਰ ਹੈਗਾ, ਕਿੱਦਾਂ ਦੀ ਉਹਨਾਂ ਦੀ ਪੜ੍ਹਾਈ ਹੈਗੀ ਹੈ, ਕਿੱਦਾਂ ਦੀ ਉਹਨਾਂ ਦੀ ਸੋਚ ਹੈਗੀ ਹੈ, ਇਹਦੇ ਉੱਪਰ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਡਿਪੈਂਡ ਕਰਦਾ ਹੈ। ਭਾਰਤ ਦੇਸ਼ ਦੇ ਵਿੱਚ ਸਪੈਸ਼ਲੀ ਜੇ ਅਸੀਂ ਕਰੀਏ, ਪੰਜਾਬ ਦੇ ਵਿੱਚ ਲੋਕਲੀ ਬਹੁਤ ਵੱਡੀਆਂ ਧੜੇਬੰਦੀਆਂ ਹੁੰਦੀਆਂ ਨੇ, ਪਾਰਟੀਬਾਜ਼ੀਆਂ ਹੁੰਦੀਆਂ ਨੇ। ਜੇ ਰੀਕਾਲ ਸਿਸਟਮ ਇੱਥੇ ਇੰਪਲੀਮੈਂਟ ਕਰ ਦਿੱਤਾ ਗਿਆ ਤੇ ਫਿਰ ਤੁਸੀਂ ਸਮਝ ਸਕਦੇ ਹੋ ਕਿ ਹਰ ਸਾਲ ਤੇ ਚੋਣਾਂ ਹੋਣਗੀਆਂ, ਲੋਕ ਫਿਰ ਇਹਨਾਂ ਕੰਮਾਂ 'ਚ ਰੁੱਝੇ ਰਹਿਣਗੇ, ਔਰ ਲੋਕ ਜਿਹੜੇ ਆ ਉਹ ਸਹੀ ਸਿਸਟਮ ਨੂੰ ਚਲਾ ਨਹੀਂ ਪਾਉਣਗੇ। ਲੋਕ ਫਿਰ ਅਲਟੀਮੇਟਲੀ ਉਹੀ ਕੰਮਾਂ ਦਾ ਹੋਰ ਵੱਡੇ ਲੈਵਲ ਦੇ ਉੱਤੇ ਬਾਇਸ ਬਣ ਜਾਣਗੇ, ਜਿਨ੍ਹਾਂ ਤੋਂ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਅੱਜ ਪਰੇਸ਼ਾਨੀ ਹੈ। ਪਵਨ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਮਾਂ ਕੱਢਿਆ ਔਰ ਸਾਡੇ ਦਰਸ਼ਕਾਂ ਨਾਲ ਆਪਣੇ ਦਿਲ ਦੇ ਵਿਚਾਰ ਸਾਂਝੇ ਕੀਤੇ। ਥੈਂਕ ਯੂ ਵੈਰੀ ਮੱਚ ਜੀ। ਔਰ ਅਸੀਂ ਇਹੀ ਕਵਾਂਗੇ ਕਿ ਲੋਕਾਂ ਨੂੰ ਰੱਜ ਕੇ ਰੋਟੀ ਨਹੀਂ ਮਿਲਦੀ, ਲੋਕਾਂ ਨੂੰ ਚੱਜ ਦੀ ਰੋਟੀ ਨਹੀਂ ਮਿਲਦੀ। ਸਿਆਸੀ ਆਗੂਆਂ ਨੂੰ, ਸਿਆਸੀ ਪਾਰਟੀਆਂ ਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਇਹੀ ਬੁਨਿਆਦੀ ਮੁੱਦਾ ਹੈ ਤੇ ਇਹਨੂੰ ਸਾਹਮਣੇ ਰੱਖ ਕੇ ਹੀ ਚੋਣਾਂ ਲੜਨੀਆਂ ਚਾਹੀਦੀਆਂ ਨੇ। ਤੇ ਸਾਡੀ ਰੱਬ ਅੱਗੇ ਇਹੀ ਅਰਦਾਸ ਹੈ ਕਿ ਪੰਜਾਬ ਦਾ ਭਲਾ ਹੋਵੇ, ਰੱਬ ਖੈਰ ਕਰੇ। ਤੁਹਾਡਾ ਸਾਰਿਆਂ ਦਾ ਸ਼ੁਕਰੀਆ ਕਿ ਤੁਸੀਂ ਪੰਜਾਬ ਚਰਚਾ ਦਾ ਹਿੱਸਾ ਬਣੇ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ ਜੀ।